मॉर्निंग स्टूडेंट्स, वेलकम टू पंजाबी क्लास ऑफ +2। ਅੱਜ ਇਸ ਵੀਡੀਓ ਵਿੱਚ ਅਸੀਂ ਲੇਖ ਕਰ ਮਜੂਰੀ ਤੇ ਖਾ ਚੂਰੀ ਜੋ ਕਿ ਇੱਕ ਅਖਾਣ ਹੈ ਇਸ ਦੇ ਉੱਪਰ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਪ੍ਰਭਾਵਸ਼ਾਲੀ ਨਿਬੰਧ ਲਿਖਣ ਬਾਰੇ ਕੁਝ ਨੁਕਤੇ ਭਾਵ ਕੁਝ ਨਿਯਮ ਸਾਂਝੇ ਕਰਾਂਗੀ ਤਾਂ ਜੋ ਵਿਦਿਆਰਥੀ ਇਹਨਾਂ ਨਿਯਮਾਂ ਦੇ ਆਧਾਰ ਤੇ ਆਪਣੀ ਲਿਖਤ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਨ ਦੇ ਸਮਰੱਥ ਹੋ ਸਕਣ। ਹਾਂਜੀ, ਲੇਖ ਰਚਨਾ ਸੰਬੰਧੀ ਨਿਯਮ। ਲੇਖ ਲਿਖਣ ਵਾਸਤੇ ਆਮ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਨੰਬਰ 2, ਲੇਖ ਵਿੱਚ ਗੱਲਾਂ ਜਾਂ ਵਿਚਾਰਾਂ ਨੂੰ ਦੁਹਰਾਇਆ ਨਹੀਂ ਜਾਂਦਾ ਹੈ। ਲੇਖ ਨੂੰ ਸਮੇਂ ਅਤੇ ਅੰਕਾਂ ਮੁਤਾਬਕ ਸੰਖੇਪ ਵੀ ਲਿਖਿਆ ਜਾ ਸਕਦਾ ਹੈ ਅਤੇ ਵਿਸਥਾਰ ਪੂਰਵਕ ਵੀ ਲਿਖਿਆ ਜਾ ਸਕਦਾ ਹੈ। ਲੇਖ ਦਾ ਆਰੰਭ ਅਤੇ ਅੰਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਲੇਖ ਲਿਖਣ ਤੋਂ ਪਹਿਲਾਂ ਲੇਖ ਦੀ ਰੂਪ ਰੇਖਾ ਜਾਂ ਨੁਕਤੇ ਪਹਿਲਾਂ ਹੀ ਤਿਆਰ ਕਰ ਲੈਣੇ ਚਾਹੀਦੇ ਹਨ। ਲੇਖ ਦੀ ਸ਼ੈਲੀ ਸੁਚੱਜੀ, ਰਸਦਾਇਕ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਲੇਖ ਦੀ ਭਾਸ਼ਾ ਸਾਦੀ, ਠੇਠ ਅਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ। ਲੇਖ ਦੇ ਵਾਕ ਛੋਟੇ ਅਤੇ ਅਰਥ ਭਰਪੂਰ ਹੋਣੇ ਚਾਹੀਦੇ ਹਨ। ਲੇਖ ਜਾਂ ਨਿਬੰਧ ਲਿਖਦੇ ਸਮੇਂ ਸ਼ਬਦ ਜੋੜ ਸ਼ੁੱਧ ਹੋਣੇ ਚਾਹੀਦੇ ਹਨ। ਨੈਕਸਟ ਪੁਆਇੰਟ ਇਸ ਲੇਖ ਵਿੱਚ ਵਿਚਾਰਾਂ ਦੀ ਤਰਤੀਬ ਨੂੰ ਠੀਕ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ। ਲੇਖ ਵਿਚਲੇ ਵਿਚਾਰਾਂ ਦੀ ਪ੍ਰੋੜਤਾ ਲਈ ਵਿਦਵਾਨਾਂ ਜਾਂ ਮਹਾਂਪੁਰਖਾਂ ਦੀਆਂ ਉਦਾਹਰਨਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਲੇਖ ਵਿਚਲੇ ਸਾਰੇ ਵਿਚਾਰ ਲੇਖ ਦੇ ਸਿਰਲੇਖ ਨੂੰ ਸਪਸ਼ਟ ਕਰਦੇ ਹੋਣੇ ਚਾਹੀਦੇ ਹਨ। ਸਟੂਡੈਂਟਸ, ਇਹ ਕੁਝ ਨਿਯਮ ਜਾਂ ਨੁਕਤੇ ਸਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਤੁਸੀਂ ਇੱਕ ਪ੍ਰਭਾਵਸ਼ਾਲੀ ਨਿਬੰਧ ਦੀ ਰਚਨਾ ਕਰ ਸਕਦੇ ਹੋ। ਹਾਂਜੀ ਸਟੂਡੈਂਟਸ, ਹੁਣ ਅਸੀਂ ਅੱਜ ਦਾ ਵਿਸ਼ਾ ਭਾਵ ਕਿ ਲੇਖ ਕਰ ਮਜ਼ੂਰੀ ਤੇ ਖਾ ਚੂਰੀ ਡਿਸਕਸ ਕਰਾਂਗੇ। ਲੇਖ ਜੋ ਕਿ ਇੱਕ ਅਖਾਣ ਨਾਲ ਸੰਬੰਧਿਤ ਹੈ, ਇਸ ਦੀ ਸ਼ੁਰੂਆਤ ਅਸੀਂ ਇੱਕ ਪ੍ਰਭਾਵਸ਼ਾਲੀ ਕੋਟੇਸ਼ਨ ਜਾਂ ਕਾਵ ਸਤਰਾਂ ਦੇ ਨਾਲ ਕਰਾਂਗੇ। ਵਿਦਿਆਰਥੀ ਆਪਣੇ ਵਿਚਾਰ ਜਾਂ ਆਪਣੀ ਸੋਚ ਦੇ ਮੁਤਾਬਕ ਆਪਣੀ ਕੋਟੇਸ਼ਨ ਜਾਂ ਕਾਵ ਸਤਰਾਂ ਲਿਖ ਸਕਦੇ ਹਨ। ਹਾਂਜੀ, ਕਾਵ ਸਤਰਾਂ। ਮਿਹਨਤ ਹੀ ਹੈ ਜ਼ਿੰਦਗੀ, ਮਿਹਨਤ ਹੀ ਸੰਸਾਰ ਹੈ, ਹਿੰਮਤ ਜੇ ਤੂੰ ਛੱਡ ਗਿਆ ਤਾਂ ਜ਼ਿੰਦਗੀ ਬੇਕਾਰ ਹੈ। ਕਾਵ ਸਤਰਾਂ ਤੋਂ ਬਾਅਦ ਇਸ ਲੇਖ ਨੂੰ ਹੋਰ ਐਕਸਪਲੇਨ ਕਰਨ ਦੇ ਲਈ ਸਾਡਾ ਅਗਲਾ ਪੁਆਇੰਟ ਹੋਵੇਗਾ ਭੂਮਿਕਾ। ਕਾਵ ਸਤਰਾਂ ਦੀ ਤਰ੍ਹਾਂ ਵਿਦਿਆਰਥੀ ਆਪਣੀ ਸਮਰੱਥਾ, ਸੂਝ-ਬੂਝ ਤੇ ਲਿਆਕਤ ਦੇ ਆਧਾਰ ਤੇ ਆਪਣੇ ਸ਼ਬਦਾਂ ਵਿੱਚ ਭੂਮਿਕਾ ਲਿਖ ਸਕਦੇ ਹਨ। ਮੈਂ ਜੋ ਭੂਮਿਕਾ ਤਿਆਰ ਕੀਤੀ ਹੈ ਉਹ ਇਸ ਪ੍ਰਕਾਰ ਹੈ। ਇਸ ਸ੍ਰਿਸ਼ਟੀ ਵਿੱਚ ਕਰੋੜਾਂ ਜੀਵ ਜੰਤੂ ਹਨ। ਰੱਬ ਨੇ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਨੂੰ ਢਿੱਡ ਲਾਇਆ ਹੈ। ਇਸ ਲਈ ਹਰ ਜੀਵ ਆਪਣਾ ਢਿੱਡ ਭਰਨ ਲਈ ਕੋਈ ਨਾ ਕੋਈ ਆਹਰ ਜ਼ਰੂਰ ਕਰਦਾ ਹੈ। ਇਸੇ ਤਰ੍ਹਾਂ ਮਨੁੱਖ ਆਪਣੀ ਰੋਜ਼ੀ ਰੋਟੀ ਦੀ ਖਾਤਰ ਕੋਈ ਨਾ ਕੋਈ ਹੀਲਾ ਵਸੀਲਾ ਜ਼ਰੂਰ ਕਰਦਾ ਹੈ, ਕਿਉਂਕਿ ਵਿਹਲੇ ਰਹਿ ਕੇ ਜੀਵਨ ਦੀਆਂ ਬੁਨਿਆਦੀ ਲੋੜਾਂ ਜਿਵੇਂ ਕਿ ਕੁੱਲੀ, ਗੁੱਲੀ ਅਤੇ ਜੁੱਲੀ ਦੀ ਪੂਰਤੀ ਅਸੰਭਵ ਹੈ। ਇਸੇ ਲਈ ਆਪਣਾ ਜੀਵਨ ਨਿਰਵਾਹ ਕਰਨ ਲਈ ਕੋਈ ਮਨੁੱਖ ਮਜ਼ਦੂਰੀ ਕਰਦਾ ਹੈ, ਕੋਈ ਕਾਰੋਬਾਰ ਕਰਦਾ ਹੈ, ਕੋਈ ਹੱਥੀਂ ਕਿਰਤ ਕਰਦਾ ਹੈ, ਕੋਈ ਮੰਗ ਕੇ ਖਾਂਦਾ ਹੈ, ਕੋਈ ਵਿਹਲੜ, ਨਿਕੰਮਾ ਅਤੇ ਕੋਈ ਲੁੱਟ-ਖਸੁੱਟ ਕਰਦਾ ਹੈ। ਪਰ ਹੱਥੀਂ ਕਿਰਤ ਕਰਕੇ
ਜੋ ਆਤਮਿਕ ਆਨੰਦ ਮਿਲਦਾ ਹੈ ਉਹ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਇਸੇ ਲਈ ਮਨੁੱਖ ਨੂੰ ਹੱਥੀਂ ਕਿਰਤ ਕਰਨ ਲਈ ਪ੍ਰੇਰਿਤ ਕਰਨ ਲਈ ਇਹ ਅਖਾਣ ਆਮ ਹੀ ਵਰਤਿਆ ਜਾਂਦਾ ਹੈ ਕਿ ਕਰ ਮਜ਼ਦੂਰੀ ਤੇ ਖਾ ਚੂਰੀ। ਸਟੂਡੈਂਟਸ, ਹੁਣ ਅਸੀਂ ਇਸ ਅਖਾਣ ਦਾ ਜੋ ਸ਼ਾਬਦਿਕ ਅਰਥ ਹੈ ਉਸ ਦੇ ਉੱਪਰ ਚਰਚਾ ਕਰਾਂਗੇ। ਇਸ ਲਈ ਸਾਡਾ ਅਗਲਾ ਪੁਆਇੰਟ ਹੈ ਅਰਥ। ਕਰ ਮਜ਼ਦੂਰੀ ਤੇ ਖਾ ਚੂਰੀ ਇੱਕ ਅਜਿਹਾ ਲੋਕ ਮੁਹਾਵਰਾ ਹੈ ਜਿਸ ਦਾ ਅਰਥ ਹੈ ਦਸਾਂ ਨਹੁੰਆਂ ਦੀ ਕਿਰਤ, ਹੱਕ ਹਲਾਲ ਦੀ ਕਮਾਈ ਅਤੇ ਇਮਾਨਦਾਰੀ ਨਾਲ ਕੀਤੀ ਹੋਈ ਘਾਲਣਾ। ਇਸ ਤਰ੍ਹਾਂ ਇਹ ਅਖਾਣ ਸਾਨੂੰ ਨਿਰਮਲ ਹਿਰਦੇ ਅਤੇ ਮਿਹਨਤ ਮੁਸ਼ੱਕਤ ਨਾਲ ਹੱਥੀਂ ਰੋਜ਼ੀ ਰੋਟੀ ਕਮਾਉਣ ਵੱਲ ਪ੍ਰੇਰਦਾ ਹੈ, ਕਿਉਂਕਿ ਜਿਹੜੇ ਵਿਅਕਤੀ ਆਪਣੇ ਹੱਥੀਂ ਕਿਰਤ ਕਮਾਈ ਕਰਕੇ ਰੋਜ਼ੀ ਰੋਟੀ ਕਮਾਉਂਦੇ ਹਨ ਜਾਂ ਆਪਣੇ ਹੱਥੀਂ ਕਮਾਈ ਕਰਕੇ ਜੀਵਨ ਬਸਰ ਕਰਦੇ ਹਨ, ਉਹਨਾਂ ਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਹੱਕ ਹਲਾਲ ਦੀ ਕਮਾਈ ਪੂਜਾ ਪਾਠ ਦੇ ਬਰਾਬਰ ਹੁੰਦੀ ਹੈ। ਅਜਿਹੀ ਘਾਲਣਾ ਘਾਲ ਕੇ ਮਨੁੱਖ ਭਾਵੇਂ ਰੁੱਖੀ ਮਿੱਸੀ ਵੀ ਖਾ ਲਵੇ ਤਾਂ ਵੀ ਉਸਨੂੰ ਚੂਰੀ ਖਾਣ ਵਰਗਾ ਸਵਾਦ ਮਹਿਸੂਸ ਹੁੰਦਾ ਹੈ। ਅਰਥ ਤੋਂ ਬਾਅਦ ਸਾਡਾ ਅਗਲਾ ਪੁਆਇੰਟ ਹੈ ਉਦਾਹਰਨਾਂ। ਭਾਵ ਕਿ ਇਹ ਅਖਾਣ ਕਰ ਮਜ਼ਦੂਰੀ ਤੇ ਖਾ ਚੂਰੀ ਵਿਚਲੇ ਜੋ ਵਿਚਾਰ ਹਨ ਜਾਂ ਜਿਸ ਉਦੇਸ਼ ਵੱਲ ਇਹ ਪ੍ਰੇਰਿਤ ਕਰਦਾ ਹੈ ਉਸ ਧਾਰਨਾ ਦੀ ਪ੍ਰੋੜਤਾ ਕਰਨ ਲਈ ਵਿਦਿਆਰਥੀ ਵੱਖ-ਵੱਖ ਮਹਾਂਪੁਰਸ਼ਾਂ ਦੀਆਂ ਜਾਂ ਫਿਰ ਸਧਾਰਨ ਜੀਵਨ ਵਿੱਚੋਂ ਉਦਾਹਰਨਾਂ ਦੇ ਸਕਦੇ ਹਨ। ਹੁਣ ਅਸੀਂ ਇਸ ਪੁਆਇੰਟ ਦੀ ਡਿਸਕਸ਼ਨ ਕਰਾਂਗੇ। ਜੇਕਰ ਅਸੀਂ ਆਪਣੇ ਇਤਿਹਾਸ ਜਾਂ ਮਿਥਿਹਾਸ ਨੂੰ ਫਰੋਲੀਏ ਤਾਂ ਪ੍ਰਤੱਖ ਹੁੰਦਾ ਹੈ ਕਿ ਕਿਰਤ ਤੇ ਮਿਹਨਤ ਮਜ਼ਦੂਰੀ ਨੂੰ ਹਮੇਸ਼ਾ ਉੱਤਮ ਦਰਜਾ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਪਾਪ ਦੀ ਕਮਾਈ ਨਾਲ ਬਣੇ ਮਲਿਕ ਭਾਗੋ ਦੇ ਸ਼ਾਹੀ ਪਕਵਾਨਾਂ ਨੂੰ ਠੋਕਰ ਮਾਰ ਕੇ ਭਾਈ ਲਾਲੋ ਵਰਗੇ ਕਿਰਤੀ ਦੀ ਕੋਦਰੇ ਦੀ ਰੋਟੀ, ਜੋ ਕਿ ਰੁੱਖੀ ਮਿੱਸੀ ਰੋਟੀ ਸੀ, ਉਸ ਵਿੱਚੋਂ ਅੰਮ੍ਰਿਤ ਘੁੱਟਾਂ ਦਾ ਆਨੰਦ ਮਾਣਿਆ। ਇੱਥੇ ਹੀ ਬਸ ਨਹੀਂ, ਬਲਕਿ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਪੜਾਅ ਵਿੱਚ ਜਿੱਥੇ ਕਰਤਾਰਪੁਰ ਸਾਹਿਬ ਵਿਖੇ ਖੇਤੀਬਾੜੀ ਕੀਤੀ, ਉੱਥੇ ਜੀਵਨ ਦੇ ਮੁੱਢਲੇ ਪੜਾਅ ਵਿੱਚ ਵੀ ਮੱਝਾਂ ਚਾਰ ਕੇ ਮਨੁੱਖ ਨੂੰ ਕਿਰਤੀ ਬਣਨ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਕ੍ਰਿਸ਼ਨ ਭਗਵਾਨ ਨੇ ਗਾਵਾਂ ਚਾਰ ਕੇ ਅਤੇ ਯਿਸੂ ਮਸੀਹ ਨੇ ਭੇਡਾਂ ਚਾਰ ਕੇ ਮਨੁੱਖ ਨੂੰ ਮਿਹਨਤ ਮਜ਼ਦੂਰੀ ਕਰਕੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਹਾਂਜੀ, ਇਸੇ ਤਰ੍ਹਾਂ ਯਿਸੂ ਮਸੀਹ ਅਤੇ ਸ਼੍ਰੀ ਕ੍ਰਿਸ਼ਨ ਜੀ ਤੋਂ ਬਾਅਦ ਜੇਕਰ ਅਸੀਂ ਭਗਤ ਰਵਿਦਾਸ ਦੇ ਜੀਵਨ ਵੱਲ ਚਾਨਣਾ ਪਾਈਏ ਤਾਂ ਪ੍ਰਤੱਖ ਹੁੰਦਾ ਹੈ ਕਿ ਉਹਨਾਂ ਨੇ ਹੱਥੀਂ ਜੁੱਤੀਆਂ ਗੰਢਣ ਤੇ ਚਮੜਾ ਰੰਗਣ ਦਾ ਕੰਮ ਕਰਕੇ ਮਨੁੱਖਤਾ ਨੂੰ ਹੱਥਕਾਰ ਵੱਲ ਤੇ ਦਿਲ ਕਰਤਾਰ ਵੱਲ ਦਾ ਸੁਨੇਹਾ ਦਿੱਤਾ ਹੈ। ਵਰਤਮਾਨ ਸਮੇਂ ਵੱਲ ਵੀ ਝਾਤ ਮਾਰਿਆਂ ਪ੍ਰਤੱਖ ਹੁੰਦਾ ਹੈ ਕਿ ਜਾਪਾਨੀ ਲੋਕ ਕਿਰਤ ਦੇ ਆਸਰੇ ਹੀ ਬੜੀ ਤੇਜ਼ੀ ਨਾਲ ਦੁਨੀਆ ਵਿੱਚ ਆਪਣਾ ਨਾਂ ਕਮਾ ਸਕੇ ਹਨ। ਅਮਰੀਕਾ ਦੇ ਲੋਕ ਵੀ ਕਿਰਤ ਨੂੰ ਪੂਜਾ ਮੰਨਦੇ ਹਨ ਤੇ ਕੰਮ ਦੇ ਸਮੇਂ ਉਹ ਵਿਹਲੜਪੁਣੇ ਨਾਲ ਭਰਪੂਰ ਗੱਲਾਂ ਤੋਂ ਗੁਰੇਜ਼ ਕਰਦੇ ਹਨ। ਗੁਰਬਾਣੀ ਵਿੱਚ ਵੀ ਸੰਸਾਰਕ ਧੰਦਿਆਂ ਤੋਂ ਮੂੰਹ ਮੋੜ ਕੇ ਭੱਜਣਾ ਜਾਂ ਸੰਨਿਆਸ ਧਾਰਨ ਕਰ ਲੈਣਾ ਪ੍ਰਵਾਨ ਨਹੀਂ ਕੀਤਾ ਗਿਆ ਹੈ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਦਾ ਤਿਆਗ ਕਰਕੇ ਗ੍ਰਹਿਸਤੀਆਂ ਤੋਂ ਹੀ ਮੰਗ ਕੇ ਖਾਣ ਦੀ ਬੜੇ ਕਰੜੇ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਇਸੇ ਤਰ੍ਹਾਂ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਵੀ
ਕਿਰਤ ਦੇ ਹਾਮੀ ਸਨ। ਇਸੇ ਲਈ ਉਹਨਾਂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਫਰਮਾਇਆ ਹੈ ਕਿ ਉਦਮ ਕਰਿੰਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਜ। ਸਟੂਡੈਂਟਸ, ਸਾਡਾ ਨੈਕਸਟ ਪੁਆਇੰਟ ਹੈ ਅਪਣਾਉਣ ਦੇ ਲਾਭ, ਭਾਵ ਕਿ ਇਸ ਅਖਾਣ ਵਿਚਲੀ ਧਾਰਨਾ ਜਾਂ ਅਖੁੱਟ ਸੱਚਾਈ ਨੂੰ ਜੋ ਮਨੁੱਖ ਆਪਣੇ ਜੀਵਨ ਵਿੱਚ ਅਪਣਾਉਂਦਾ ਹੈ ਉਸ ਨੂੰ ਕੀ ਲਾਭ ਜਾਂ ਕੀ ਫਾਇਦੇ ਹੁੰਦੇ ਹਨ। ਹਾਂਜੀ, ਪੁਆਇੰਟ ਇਸ ਅਪਣਾਉਣ ਦੇ ਲਾਭ। ਮਿਹਨਤ ਮਜ਼ਦੂਰੀ ਕਰਨ ਵਾਲੇ ਮਨੁੱਖ ਦਾ ਆਚਰਣ ਸਬਰ, ਸੰਤੋਖ ਅਤੇ ਸੱਚ ਦੀ ਮੂਰਤ ਬਣ ਜਾਂਦਾ ਹੈ। ਉਸ ਦਾ ਮਨ ਇੰਨਾ ਬਲਵਾਨ ਹੋ ਜਾਂਦਾ ਹੈ ਕਿ ਉਹ ਹੱਡ ਭੰਨਵੀਂ ਕਿਰਤ ਕਰਦਿਆਂ, ਹੱਡ ਭੰਨਵੀਂ ਮਿਹਨਤ ਕਰਦਿਆਂ ਆਤਮ ਨਿਰਭਰ ਬਣ ਕੇ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ ਕਿ ਹੱਥ ਤੇ ਹੱਥ ਧਰ ਕੇ ਨਾ ਬਹੀਏ, ਸੁੱਚੀ ਕਿਰਤ ਕਮਾਉਣਾ ਚੰਗਾ, ਬਾਰ ਪਰਾਏ ਬੈਸਣ ਨਾਲੋਂ ਬਿਹਤਰ ਹੈ ਮਰ ਜਾਣਾ ਚੰਗਾ। ਇਸੇ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਜੋ ਕਿ ਪੰਜਾਬੀ ਦੇ ਬਹੁਤ ਵੱਡੇ ਸਾਹਿਤਕਾਰ ਹਨ, ਉਹਨਾਂ ਨੇ ਵੀ ਸੱਚੀ ਸੁੱਚੀ ਕਿਰਤ ਦੀ ਵਡਿਆਈ ਕੀਤੀ ਹੈ ਤੇ ਕਿਰਤ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਕਿਹਾ ਹੈ ਕਿ ਕਿਰਤ ਕਰਨ ਵਾਲੇ ਮਨੁੱਖ ਦੇ ਅੰਦਰ ਪਿਆਰ ਅਤੇ ਮਿੱਤਰਤਾ ਵਰਗੇ ਦੈਵੀ ਗੁਣ ਸਹਿਜ ਸੁਭਾਅ ਹੀ ਆ ਜਾਂਦੇ ਹਨ। ਇਸ ਤੋਂ ਇਲਾਵਾ ਜਿਹੜਾ ਵਿਅਕਤੀ ਹਰ ਵੇਲੇ ਸਹਿਜ ਸੁਭਾਅ ਹੀ ਕੰਮ ਵਿੱਚ ਲੱਗਾ ਰਹਿੰਦਾ ਹੈ, ਉਸ ਨੂੰ ਮਾੜਾ ਸੋਚਣ ਦੀ ਜਾਂ ਮਾੜਾ ਕਰਨ ਦੀ ਵਿਹਲ ਹੀ ਨਹੀਂ ਮਿਲਦੀ ਹੈ। ਇਸ ਤਰ੍ਹਾਂ ਇੱਕ ਕਿਰਤੀ ਬੰਦੇ ਦੀ ਦੇਹ ਤੰਦਰੁਸਤ ਤੇ ਨਰੋਈ ਰਹਿੰਦੀ ਹੈ, ਉਸ ਨੂੰ ਰਜਵੀਂ ਭੁੱਖ ਲੱਗਦੀ ਹੈ ਤੇ ਕੰਡਿਆਂ ਦੀ ਸੇਜ ਤੇ ਵੀ ਉਸ ਨੂੰ ਗੂੜੀ ਨੀਂਦ ਆਉਂਦੀ ਹੈ। ਕਿਰਤੀ ਮਨੁੱਖ ਕਦੇ ਭੁੱਖਾ ਨਹੀਂ ਮਰਦਾ। ਉਹ ਦੁੱਖਾਂ ਅਤੇ ਤਕਲੀਫਾਂ ਨੂੰ ਵੇਖ ਕੇ ਘਬਰਾਉਂਦਾ ਨਹੀਂ। ਉਹ ਕਿਸਮਤ ਨਾਲੋਂ ਆਪਣੀ ਮਿਹਨਤ ਤੇ ਵੱਧ ਵਿਸ਼ਵਾਸ ਕਰਦਾ ਹੈ। ਉਸ ਦਾ ਸੁਭਾਅ ਅਜਿਹਾ ਬਣ ਜਾਂਦਾ ਹੈ ਕਿ ਉਹ ਹਰ ਵੇਲੇ ਨਿਰਮਾਣ ਹੋ ਕੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਤੇ ਆਪਣੀ ਨਿੱਜੀ ਤਰੱਕੀ ਦੇ ਨਾਲ-ਨਾਲ ਆਪਣੇ ਦੇਸ਼ ਅਤੇ ਸਮਾਜ ਨੂੰ ਵੀ ਪ੍ਰਫੁੱਲਿਤ ਕਰਦਾ ਹੈ। ਇਸ ਤਰ੍ਹਾਂ ਕਿਰਤੀ ਤੇ ਮਿਹਨਤ ਮਜ਼ਦੂਰੀ ਕਰਨ ਵਾਲਾ ਇਨਸਾਨ ਇਹਨਾਂ ਵਿਚਾਰਾਂ ਦੀ ਹਾਮੀ ਭਰਦਾ ਹੈ ਕਿ ਜਨਮ ਤੋਂ ਕੋਈ ਨਾ ਹੁੰਦਾ, ਅਮੀਰ ਤੇ ਗਰੀਬ ਹੈ, ਕਿਸਮਤ ਨੂੰ ਤੂੰ ਆਪ ਬਣਾ, ਇਹ ਤੇਰੀ ਜਾਗੀਰ ਹੈ, ਕਿਰਤੀ ਬਣ ਤੇ ਕਿਰਤ ਕਰ, ਤੇਰੇ ਹੱਥ ਵਿੱਚ ਤੇਰੀ ਤਕਦੀਰ ਹੈ। ਸਟੂਡੈਂਟਸ, ਹੁਣ ਸਾਡਾ ਨੈਕਸਟ ਪੁਆਇੰਟ ਹੈ ਨਾ ਅਪਣਾਉਣ ਦੀਆਂ ਹਾਨੀਆਂ, ਭਾਵ ਕਿ ਕਰ ਮਜ਼ਦੂਰੀ ਤੇ ਖਾ ਚੂਰੀ ਅਖਾਣ ਨੂੰ ਜੋ ਵਿਅਕਤੀ ਆਪਣੇ ਜੀਵਨ ਵਿੱਚ ਧਾਰਨ ਕਰਦਾ ਹੈ ਉਸ ਨੂੰ ਲਾਭ ਹੁੰਦੇ ਹਨ, ਪਰ ਜੋ ਇਸ ਵਿਚਲੇ ਸੁਨੇਹੇ ਤੇ ਅਮਲ ਨਹੀਂ ਕਰਦਾ ਉਸ ਨੂੰ ਆਪਣੇ ਜੀਵਨ ਵਿੱਚ ਕੀ ਹਾਨੀਆਂ ਹੁੰਦੀਆਂ ਹਨ। ਹਾਂਜੀ ਸਟੂਡੈਂਟਸ, ਹੁਣ ਅਸੀਂ ਅਗਲਾ ਪੁਆਇੰਟ ਡਿਸਕਸ ਕਰਾਂਗੇ ਨਾ ਅਪਣਾਉਣ ਦੀਆਂ ਹਾਨੀਆਂ। ਜਿਹੜਾ ਵਿਅਕਤੀ ਹੱਥੀਂ ਕਿਰਤ ਨਹੀਂ ਕਰਦਾ ਜਾਂ ਵਿਹਲਾ ਰਹਿੰਦਾ ਹੈ ਜਾਂ ਨਜਾਇਜ਼ ਤਰੀਕਿਆਂ ਨਾਲ ਧਨ ਇਕੱਠਾ ਕਰਦਾ ਹੈ ਤੇ ਪਰਿਵਾਰ ਦੀ ਪਰਵਰਿਸ਼ ਕਰਦਾ ਹੈ, ਉਸ ਦੀ ਕਮਾਈ ਹਰਾਮ ਦੀ ਕਮਾਈ ਹੁੰਦੀ ਹੈ। ਗਰੀਬਾਂ ਦਾ ਖੂਨ ਚੂਸ ਕੇ ਆਪਣੀਆਂ ਤਿਜੋਰੀਆਂ ਭਰਨੀਆਂ ਕਿਰਤ ਨਹੀਂ ਅਖਵਾ ਸਕਦਾ। ਭਾਵੇਂ ਕੋਈ ਛਲ ਕਪਟ ਅਤੇ ਧੋਖੇ ਫਰੇਬ ਨਾਲ ਮਾਇਆ ਦੇ ਅੰਬਾਰ ਲਾ ਲੈਂਦਾ ਹੈ, ਪਰ ਉਸ ਦਾ ਮਨ ਬੇਚੈਨ ਰਹਿੰਦਾ ਹੈ। ਉਸ ਦੇ ਅੰਦਰ ਅਪਰਾਧੀ ਭਾਵਨਾ ਤੜਫਦੀ ਰਹਿੰਦੀ ਹੈ। ਭਾਵੇਂ ਕਿ ਉਹ ਇਸ ਭਾਵਨਾ ਦਾ ਇਜ਼ਹਾਰ ਨਹੀਂ ਕਰਦਾ ਜਾਂ ਨਹੀਂ ਕਰ ਸਕਦਾ, ਪਰ ਉਸ ਨੂੰ ਮਾਨਸਿਕ ਸ਼ਾਂਤੀ ਨਸੀਬ ਨਹੀਂ ਹੁੰਦੀ। ਸਿੱਟੇ ਵਜੋਂ ਕਿਰਤ ਤੋਂ ਦੂਰ ਰਹਿਣ ਵਾਲਾ ਮਨੁੱਖ ਕਈ ਪ੍ਰਕਾਰ ਦੇ ਸਰੀਰਕ ਅਤੇ ਮਾਨਸਿਕ ਦੁੱਖਾਂ ਦਾ ਸ਼ਿਕਾਰ ਹੋ ਜਾਂਦਾ ਹੈ। ਨੈਕਸਟ ਪੁਆਇੰਟ ਹੈ ਵਰਤਮਾਨ ਸਮਾਜ ਤੇ ਕਿਰਤ, ਭਾਵ ਕਿ ਵਰਤਮਾਨ ਸਮਾਜ ਵਿਚਲੇ ਲੋਕਾਂ ਦੀ ਕਿਰਤ ਦੇ ਪ੍ਰਤੀ ਕੀ ਧਾਰਨਾ, ਸੋਚ ਜਾਂ ਵਿਚਾਰ ਹਨ।
ਅੱਜ ਦੇ ਦੌਰ ਵਿੱਚ ਭ੍ਰਿਸ਼ਟ ਸਾਧਨਾ ਰਾਹੀਂ ਧਨ ਇਕੱਠਾ ਕੀਤਾ ਜਾ ਰਿਹਾ ਹੈ। ਇਸ ਸਰਮਾਏਦਾਰੀ ਦੇ ਯੁੱਗ ਵਿੱਚ ਮਨੁੱਖ ਕਿਰਤ ਤੋਂ ਮੂੰਹ ਮੋੜ ਕੇ ਪੈਸੇ ਦੀ ਦੌੜ ਵਿੱਚ ਫਸ ਚੁੱਕਾ ਹੈ। ਅਜੋਕਾ ਮਨੁੱਖ ਕਿਰਤ ਦੀ ਸੱਚੀ ਸੁੱਚੀ ਭਾਵਨਾ ਨੂੰ ਤਿਲਾਂਜਲੀ ਦੇ ਕੇ ਜੀਵੇ ਢਿੱਡਾ ਜੀ, ਤੂੰ ਹੀ ਪੁੱਤ ਤੇ ਤੂੰ ਹੀ ਧੀ ਦੀ ਧਾਰਨਾ ਤੇ ਅਮਲ ਕਰ ਰਿਹਾ ਹੈ ਜਾਂ ਇਹਨਾਂ ਵਿਚਾਰਾਂ ਦਾ ਧਾਰਨੀ ਬਣ ਚੁੱਕਾ ਹੈ, ਜਿਸ ਦੇ ਨਤੀਜੇ ਵਜੋਂ ਗਰੀਬਾਂ ਦੇ ਮੂੰਹ ਵਿੱਚੋਂ ਰੋਟੀ ਖੋਈ ਜਾ ਰਹੀ ਹੈ। ਇੱਥੇ ਬਲਰਾਜ ਸਾਹਨੀ ਦੇ ਸ਼ਬਦ ਬਿਲਕੁਲ ਢੁਕਵੇਂ ਹਨ ਕਿ ਗਿਣਤੀ ਦੇ ਲੋਕਾਂ ਦੀਆਂ ਜੇਬਾਂ ਭਰਨ ਲਈ ਬਹੁ ਗਿਣਤੀ ਦੀਆਂ ਜੇਬਾਂ ਖਾਲੀ ਕੀਤੀਆਂ ਜਾ ਰਹੀਆਂ ਹਨ। ਇਹ ਇਨਸਾਨੀਅਤ ਨਹੀਂ ਹੈ, ਇਹ ਕਿਰਤ ਕਮਾਈ ਦਾ ਢੰਗ ਵੀ ਨਹੀਂ ਹੈ, ਬਲਕਿ ਇਹ ਤਾਂ ਗਰੀਬ ਮਾਰ ਹੈ। ਵਿਹਲੜਾਂ ਦਾ ਵੀ ਸਾਡੇ ਸਮਾਜ ਵਿੱਚ ਕੋਈ ਅੰਤ ਨਹੀਂ ਹੈ। ਉਹ ਰੋਟੀ ਖਾਣ ਲਈ ਧਾਰਮਿਕ ਸਥਾਨਾਂ ਤੇ ਜਾ ਕੇ ਡੇਰੇ ਲਾ ਲੈਂਦੇ ਹਨ ਤੇ ਇਹਨਾਂ ਧਾਰਮਿਕ ਸਥਾਨਾਂ ਦੇ ਨਾਂ ਤੇ ਜਬਰੀ ਉਗਰਾਹੀ ਕਰਦੇ ਹਨ ਤੇ ਕਈ ਲੋਕ ਮੰਗ ਕੇ ਖਾਂਦੇ ਹਨ। ਇਹ ਸਭ ਤੋਂ ਵੱਡੀ ਬੁਰਾਈ ਹੈ, ਜਦ ਕਿ ਸਾਡੇ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਸੰਤ ਅਤੇ ਮਹਾਪੁਰਸ਼ ਹੋਏ ਹਨ ਜੋ ਇਹਨਾਂ ਵਿਹਲੜਾਂ ਤੇ ਭਿਖਾਰੀਆਂ ਦੇ ਹੱਕ ਵਿੱਚ ਨਹੀਂ ਹਨ। ਬਹੁਤ ਸਾਰੇ ਵੱਡੇ ਵੱਡੇ ਸੰਤਾਂ ਅਤੇ ਮਹਾਪੁਰਸ਼ਾਂ ਨੇ ਹਮੇਸ਼ਾ ਮਿਹਨਤ ਮਜ਼ਦੂਰੀ ਦਾ ਹੀ ਪੱਖ ਪੂਰਿਆ ਹੈ ਜਾਂ ਮਿਹਨਤ ਮਜ਼ਦੂਰੀ ਦੇ ਰਸਤੇ ਤੇ ਚੱਲਣ ਦੀ ਹੀ ਸੇਧ ਪ੍ਰਦਾਨ ਕੀਤੀ ਹੈ। ਇਸੇ ਤਰ੍ਹਾਂ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਨੇ ਹਮੇਸ਼ਾ ਮਨੁੱਖਤਾ ਨੂੰ ਕਿਰਤ ਵੱਲ ਪ੍ਰੇਰਿਆ ਹੈ ਤੇ ਬਹੁਤ ਸਾਰੇ ਆਪਣੇ ਸ਼ਰਧਾਲੂ ਸਿੱਖਾਂ ਦੀ ਕਿਰਤ ਤੋਂ ਪ੍ਰਭਾਵਿਤ ਹੋ ਕੇ ਹੀ ਉਹਨਾਂ ਨੂੰ ਆਪਣੇ ਹਿਰਦੇ ਦੇ ਨਾਲ ਲਾਇਆ ਹੈ। ਲਾਸਟ ਪੁਆਇੰਟ ਹੈ ਸਾਰੰਸ਼। ਮੁੱਕਦੀ ਗੱਲ ਇਹ ਹੈ ਕਿ ਜੇਕਰ ਸਮਾਜ ਵਿੱਚੋਂ ਕਿਰਤ ਦੀ ਭਾਵਨਾ ਖਤਮ ਹੋ ਗਈ ਤਾਂ ਲੱਖ ਵਿਗਿਆਨਕ ਤਰੱਕੀਆਂ ਅਤੇ ਸਹੂਲਤਾਂ ਦੇ ਬਾਵਜੂਦ ਵੀ ਇਸ ਦੁਨੀਆ ਦਾ ਚਿਹਰਾ ਬਹੁਤ ਹੀ ਕਰੂਪ ਅਤੇ ਬਦਸੂਰਤ ਹੋ ਜਾਵੇਗਾ। ਬੇਸ਼ੱਕ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਵਰਤਮਾਨ ਯੁੱਗ ਵਿੱਚ ਬੇਰੁਜ਼ਗਾਰੀ ਕੌੜੀ ਵੇਲ ਵਾਂਗ ਵੱਧ ਰਹੀ ਹੈ। ਮਨੁੱਖ ਦੀਆਂ ਲੋੜਾਂ ਅਸੀਮਤ ਹਨ। ਮਹਿੰਗਾਈ ਸਧਾਰਨ ਮਨੁੱਖ ਦਾ ਲੱਕ ਤੋੜ ਰਹੀ ਹੈ, ਜਿਸ ਦੇ ਸਿੱਟੇ ਵਜੋਂ ਅਜੋਕਾ ਮਨੁੱਖ ਮਾਨਸਿਕ ਤੌਰ ਤੇ ਬੇਹੱਦ ਪਰੇਸ਼ਾਨ ਹੈ। ਪਰ ਫਿਰ ਵੀ ਉਦਮ, ਹਿੰਮਤ, ਮਿਹਨਤ ਤੇ ਲਗਨ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਤੇ ਸੱਚੀ ਸੁੱਚੀ ਕਿਰਤ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਕਿਰਤੀ ਦੀ ਹਰ ਪਾਸੇ ਕਦਰ ਹੁੰਦੀ ਹੈ। ਇਸ ਲਈ ਕਿਰਤ ਭਾਵ ਮਿਹਨਤ ਮਜ਼ਦੂਰੀ ਤੋਂ ਘਬਰਾਉਣਾ ਨਹੀਂ ਚਾਹੀਦਾ ਹੈ, ਕਿਉਂਕਿ ਪਹਿਲਾ ਇਹ ਕੰਮ ਔਖਾ ਲੱਗਦਾ, ਪਰ ਮਗਰੋਂ ਮਿਹਨਤ ਵਿੱਚ ਦਿਲ ਡਾਢਾ ਲੱਗਦਾ। ਕਿਉਂ ਜੋ ਕਰਦੇ ਕਿਰਤ ਮਜ਼ਦੂਰੀ, ਉਹੀ ਜਨ ਛਕਦੇ ਰਜਵੀਂ ਚੂਰੀ, ਉਹੀ ਜਨ ਛਕਦੇ ਰਜਵੀਂ ਚੂਰੀ। ਹਾਂਜੀ, ਇਸ ਤਰ੍ਹਾਂ ਇਹ ਅਖਾਣ ਕਿ ਕਰ ਮਜ਼ਦੂਰੀ ਖਾ ਚੂਰੀ, ਜਿਸ ਨੂੰ ਦੂਜੇ ਸ਼ਬਦਾਂ ਵਿੱਚ ਅਸੀਂ ਦੱਬ ਕੇ ਵਾਹ ਤੇ ਰੱਜ ਕੇ ਖਾ ਵੀ ਕਹਿ ਸਕਦੇ ਹਾਂ, ਅਖੁੱਟ ਸੱਚਾਈ ਦਾ ਧਾਰਨੀ ਹੈ। ਹਾਂਜੀ ਸਟੂਡੈਂਟਸ, ਅਸੀਂ ਹੁਣ ਲੇਖ ਇਸ ਵੀਡੀਓ ਵਿੱਚ ਇਹ ਲੇਖ ਡਿਸਕਸ ਕੀਤਾ ਹੈ ਕਿ ਕਰ ਮਜ਼ਦੂਰੀ ਤੇ ਖਾ ਚੂਰੀ, ਜੋ ਕਿ ਇੱਕ ਅਖਾਣ ਹੈ। ਇਸ ਲੇਖ ਨੂੰ ਡਿਸਕਸ ਕਰਨ ਤੋਂ ਬਾਅਦ ਸਾਡੇ ਸਾਹਮਣੇ ਕੁਝ ਨੁਕਤੇ ਜਾਂ ਮੁੱਖ ਅੰਸ਼ ਪ੍ਰਤੱਖ ਹੁੰਦੇ ਹਨ, ਜਿਵੇਂ ਕਿ ਕਾਵ ਸਤਰਾਂ, ਭੂਮਿਕਾ, ਅਰਥ, ਉਦਾਹਰਨਾਂ, ਅਪਣਾਉਣ ਦੇ ਲਾਭ, ਨਾ ਅਪਣਾਉਣ ਦੀਆਂ ਹਾਨੀਆਂ, ਵਰਤਮਾਨ ਸਮਾਜ ਤੇ ਕਿਰਤ ਤੇ ਸਾਰੰਸ਼। ਸਟੂਡੈਂਟਸ, ਇਹ ਉਹ ਮੁੱਖ ਅੰਸ਼ ਹਨ ਜਿਨ੍ਹਾਂ ਨੂੰ ਆਧਾਰ ਬਣਾ ਕੇ ਤੁਸੀਂ ਅਖਾਣਾਂ ਨਾਲ ਸੰਬੰਧਿਤ ਕਿਸੇ ਵੀ ਲੇਖ ਨੂੰ ਡਿਸਕਸ ਕਰ ਸਕਦੇ ਹੋ ਜਾਂ ਕਿਸੇ ਵੀ ਲੇਖ ਨੂੰ ਆਪਣੇ ਵਿਚਾਰਾਂ ਨੂੰ ਤਰਤੀਬ ਦੇ ਕੇ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰ ਸਕਦੇ ਹੋ। ਥੈਂਕ ਯੂ।